मैं वो देखा नहीं जो बाकी ओपोजिशन वाले कह रहे ਸੀਗੇ पर एनीवे मैं अपनी ये मेरी ओपनिंग स्टेटमेंट है ਤੇ ਮੈਂ ਦੇ ਦੇਣਾ ਪਹਿਲੀ ਗੱਲ ਇਹ ਜਿਹੜੀ ਡਿਬੇਟ ਹੈ ਇਹ ਮੇਰੇ ਖਿਆਲ ਇਹ ਥੋੜੀ ਪ੍ਰੀਮੈਚੁਰ ਹੈਗੀ ਹੈ ਕਿਉਂਕਿ ਕੋਈ ਐਸੀ ਗੱਲ ਇਸ ਵਾਸਤੇ ਹੋ ਰਹੀ ਹੈ ਕਿਉਂਕਿ ਸਪੈਸ਼ਲ ਸੈਸ਼ਨ ਹੋਣੀ ਹੈ ਪਾਰਲੀਮੈਂਟ ਦੀ ਜੋ ਮੈਂ ਸੋਸ਼ਲ ਮੀਡੀਆ 'ਤੇ ਪੜ੍ਹ ਰਿਹਾ ਲੋਕ ਕਹਿ ਰਹੇ ਨੇ ਕਿ ਸ਼ਾਇਦ ਇਹ ਮੁੱਦਾ ਹੋਏ ਉਹਦੇ ਵਿੱਚ ਪਰ ਐਸੀ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈ ਤੇ ਕੋਈ ਇਹਦੀ ਗੱਲ ਨਹੀਂ ਹੈ ਸੋ ਇਸ ਗੱਲ ਨੂੰ ਅਗਰ ਇਸ ਮੁੱਦੇ ਨੂੰ ਤੁਸੀਂ ਦੇਖੋ ਦੋ ਲੈਵਲ ਦੇ ਉੱਤੇ ਤੇ ਇੱਕ ਕਨਸਟੀਟਿਊਸ਼ਨਲ ਤੇ ਇੱਕ ਸੋਸ਼ਲ ਲੈਵਲ ਜੀ ਅਗਰ ਤੁਸੀਂ ਕਨਸਟੀਟਿਊਸ਼ਨਲ ਲੈਵਲ ਦੇ ਉੱਤੇ ਦੇਖੋ ਤੇ ਜਿੱਦਾਂ ਤੁਸੀਂ ਬਹੁਤ ਅੱਛੀ ਤਰ੍ਹਾਂ ਸਮਝਾਤਾ ਹੈ ਕਿ ਇੰਡੀਆ ਐਂਡ ਭਾਰਤ ਦੋਨੋਂ ਜਿਹੜੇ ਨੇ ਕਨਸਟੀਟਿਊਸ਼ਨ 'ਚ ਹੈਗੇ ਨੇ ਤੇ ਦੋਨੋਂ ਇਕੁਅਲੀ ਯੂਜ਼ ਹੋ ਰਹੇ ਨੇ ਭਾਰਤੀ ਰੇਲ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਦੇ ਰਾਜਪਾਲ ਏਦਾਂ ਕਰਕੇ ਭਾਰਤੀ ਰਿਜ਼ਰਵ ਬੈਂਕ तो अगर इस तरीके नाल देखा जाए ते अगर प्रेसिडेंट ऑफ भारत लिख देता है तो देयर इज नथिंग कॉन्स्टिट्यूशनली रॉन्ग इन दैट ये एक इंडिविजुअल डिसीजन भी हो सकती है एक गवर्नमेंट की डिसीजन भी हो सकती है ते मेरे हिसाब दे नाल इस नू वेलकम करना चाहिए इहदे उत्ते कोई ज्यादा विवाद करने की कोई जरूरत नहीं है ते सानू साडी जिहड़ी प्राचीन सिविलाइजेशनल जिहड़ा साडा नाम है ਉਹਦਾ ਪੂਰੇ ਵਰਲਡ ਦੇ ਵਿੱਚ ਪ੍ਰਚਾਰ ਕਰਨਾ ਵੀ ਸਾਡੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਇੱਕ ਐਸਾ ਵਰਡ ਹੈ ਜਿਹਦੀ ਇੱਕ ਕਲੋਨੀਅਲ ਬੈਕਡ੍ਰੌਪ ਹੈ ਤੇ ਮੈਂ ਪੋਲੀਟੀਕਲੀ ਤੇ ਇਹ ਕਹਿ ਦਵਾਂਗਾ ਕਿ ਇਹ ਇੱਕ ਬੀਜੇਪੀ ਦੀ ਪਾਲਿਸੀ ਹੈ ਕਿ ਜਿਹੜੀ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਦੱਸੀ ਹੈ ਕਿ ਅਸੀਂ ਜਿਹੜੇ ਸਾਡਾ ਕਲੋਨੀਅਲ ਹੈਂਗਓਵਰ ਹੈ ਉਹਨੂੰ ਕੱਢਾਂਗੇ ਤੇ ਕਲੋਨੀਅਲ ਹੈਂਗਓਵਰ ਨੂੰ ਕੱਢਣ ਵਾਸਤੇ ਨਾਂ ਨੂੰ ਚੇਂਜ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਇਹਦਾ ਇਹ ਮਤਲਬ ਨਹੀਂ ਹੈ ਕਿ ਪੂਰੀ ਕਨਸਟੀਟਿਊਸ਼ਨ ਹੀ ਚੇਂਜ ਕਰ ਦੇਵਾਂਗੇ ਪਰ ਭਾਰਤ ਜਿਹੜਾ ਹੈ ਉਸ ਵਰਡ ਨੂੰ ਜ਼ਿਆਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵਾਂਗੇ ਅਗਰ ਕੋਈ ਦੂਸਰਾ ਨਹੀਂ ਕਰਨਾ ਚਾਹੁੰਦਾ ਤੇ ਇਟ ਇਜ਼ ਅਪ ਟੂ ਹਿਮ ਠੀਕ ਹੈ ਚਲੋ ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਾਂ ਪਰ ਜੈਬਾਨ ਜੀ ਇੱਕ ਸਟੇਟਮੈਂਟ ਤੁਹਾਡੀ ਜ਼ਰੂਰ ਚਾਹੀਦੀ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਦ ਪ੍ਰੈਜ਼ੀਡੈਂਟ ਆਫ ਭਾਰਤ ਲਿਖ ਦਿੱਤਾ ਹਾਂ ਠੀਕ ਹੈ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਭਾਰਤ ਇੰਡੀਆ ਜੋ ਵੀ ਲਿਖਿਆ ਜਾਵੇ ਕੋਈ ਪ੍ਰੋਬਲਮ ਨਹੀਂ ਦਰਅਸਲ ਇਸ ਨੂੰ ਜੋੜਿਆ ਜਾ ਰਿਹਾ ਹੈ ਸੰਘਮੁਖੀ ਮੋਹਨ ਭਾਗਵਤ ਦੀ ਇੱਕ ਸਟੇਟਮੈਂਟ ਦੇ ਨਾਲ ਵੀ ਤੁਸੀਂ ਵੀ ਉਹ ਹੋਪਫੁਲੀ ਸੁਣੀ ਹੋਏਗੀ ਉਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਭਾਰਤ ਸ਼ਬਦ ਦਾ ਇਸਤੇਮਾਲ ਕਰਨਾ ਸ਼ੁਰੂ ਕਰਿਆ ਕਰੋ ਉਸ ਸਟੇਟਮੈਂਟ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਆਵਾਜ਼ ਨਹੀਂ ਆ ਰਹੀ ਹੈ ਜੀ ਚਲੋ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਮੈਂ ਕੋਸ਼ਿਸ਼ ਕਰਦਾ ਕਿ ਟੀਮ ਇਸ ਦਿੱਕਤ ਨੂੰ ਦਰੁਸਤ ਕਰੇ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ ਮੈਂ ਕੰਗ ਜੀ ਦਾ ਰੁਖ ਕਰਦਾ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕੰਗ ਜੀ ਜੁੜੇ ਹੋਏ ਨੇ ਕੰਗ ਸਾਹਿਬ ਕੋਈ ਇਤਰਾਜ਼ ਹੈ ਇਸ ਪੂਰੇ ਮੁੱਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਤੁਹਾਡੇ ਲੀਡਰ ਨੇ ਉਹਨਾਂ ਦੀ ਸੁਣਵਾਈ ਅਸੀਂ ਆਪਣੇ ਦਰਸ਼ਕਾਂ ਨੂੰ ਤਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਇੰਡੀਆ ਦੇ ਜਿਹੜੇ ਅਲਾਈਅੰਸ ਦੇ ਵਿੱਚ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਲੱਗ ਰਿਹਾ ਕਿ ਇੰਡੀਆ ਸ਼ਬਦ ਅਸੀਂ ਰੱਖ ਰਿਹਾ ਤਾਂ ਇਸ ਕਰਕੇ ਇਤਰਾਜ਼ ਹੋ ਗਿਆ ਇਸ ਕਰਕੇ ਚੇਂਜ ਕਰਨ ਜਾ ਰਹੇ ਹਾਂ देखो गौरव जी एक गल तुसी हुणे जिक्र कीता मोहन भागवत जी दा जी मोहन भागवत जी दियां दो स्टेटमेंट्सां जड़ियां हैगियां बड़ियां इंपॉर्टेंट है इस समय जी एक बार उन्होंने बिहार दे इलेक्शन च कहा सी जेड़े आरएसएस दे चीफ है कि जेड़ा रिजर्वेशन है दलित भाईचारे लई ओ ते रीथिंक होना चाहिए है थोड़े साल पहला दूजी उन्होंने स्टेटमेंट दित्ती है भी इंडिया शब्द जिहड़ा है वो खत्म कर देना चाहिए है ते भारत जिहड़ा है वो लिखना चाहिए और अज जिस तरीके नाल प्रेसिडेंट ऑफ इंडिया की जगह प्रेसिडेंट ऑफ भारत देखो इंडिया शब्द आर्टिकल 1 च बाबा साहब अंबेडकर जिहड़े साडे संविधान के निर्माता हैं डॉक्टर अंबेडकर साहब उन्होंने पहला आर्टिकल च लिखिया है इंडिया / भारत ये साडे मुल्क दे नां आ बीजेपी नूं दलित भाईचारे तो बीजेपी नूं अंबेडकर साहब तो नफरत है और मैं दो स्टेटमेंट्स का जिक्र किया है जेड़ा आरएसएस चीफ दे और आरएसएस चीफ मतलब बीजेपी दी मां बीजेपी उत्थों ही प्रेरणा लैंदी उन्होंने पैदा बीजेपी उत्थों ही पैदा हुंदी है तो इस तो बड़ा स्पष्ट हो गया कि पहली गल जिहड़ा असीं कहने संविधान बदलना चाहुंदे इन्होंने शुरुआत की इमीडिएटली कारण जिहड़ा बनिया है डेफिनेटली ਜਦੋਂ ਦਾ ਇੰਡੀਆ ਬਲੌਕ ਬਣਿਆ ਭਾਰਤ ਦੀਆਂ तमाम ਉਹ ਰਾਜਨੀਤਿਕ ਪਾਰਟੀਆਂ ਜਿਹੜਾ ਸੰਵਿਧਾਨ ਨੂੰ ਬਚਾਉਣ ਲਈ ਔਰ ਇਹਦੇ ਪਿੱਛੇ ਵੀ ਇੱਕੋ ਹੀ ਕੰਸਰਨ ਸੀ ਗੌਰਵ ਜੀ ਕਿ ਮੋਦੀ ਸਾਹਿਬ ਅਗਰ 2024 ਚ ਆਉਣਗੇ ਤੇ ਸੰਵਿਧਾਨ ਬਦਲਣਗੇ
ਫਿਰ ਚੋਣਾਂ ਨਹੀਂ ਹੋਣਗੀਆਂ ਔਰ ਦਲਿਤ ਭਾਈਚਾਰੇ ਔਰ ਗਰੀਬਾਂ ਲਈ ਰਿਜ਼ਰਵੇਸ਼ਨ ਖਤਮ ਕਰਨਗੇ। ਆਲਰੇਡੀ ਇਹਨਾਂ ਦੇ ਮੋਹਨ ਭਾਗਵਤ ਜੀ ਕਹਿ ਚੁੱਕੇ ਆ। ਔਰ ਇੰਡੀਆ ਬਲੌਕ ਜਿਹੜਾ ਲਗਾਤਾਰ ਤਾਕਤ ਨੂੰ ਮਿਲ ਰਹੀ ਹੈ, ਲੋਕਾਂ ਚ ਹੰਗਾਰਾ ਮਿਲ ਰਿਹਾ ਹੈ, ਇਹ ਇਮੀਡੀਏਟਲੀ ਕਾਰਨ ਬਣਿਆ ਹੈ। ਤੇ ਜੇ ਜੈਬੰਸ ਜੀ ਕਹਿ ਰਹੇ ਸੀ ਇਹ ਚ ਫਰਕ ਕੀ ਪੈਂਦਾ ਹੈ ਭਾਰਤ ਲਿਖਿਆ, ਤੇ ਜੇ ਫਰਕ ਨਹੀਂ ਪੈਂਦਾ ਤੇ ਫਿਰ ਪ੍ਰੈਜ਼ੀਡੈਂਟ ਆਫ ਅੰਗਰੇਜ਼ੀ ਚ ਤੁਸੀਂ ਲਿਖਿਆ ਜਿਹੜਾ ਲੈਟਰ ਮੇਰੇ ਕੋਲ ਪਿਆ ਇਨਵੀਟੇਸ਼ਨ G20 ਜਿਹੜਾ ਹੈਗਾ ਓਕੇਜ਼ਨ ਆਫ G20 ਦਾ ਪ੍ਰੈਜ਼ੀਡੈਂਟ ਆਫ ਭਾਰਤ, ਤੇ ਪ੍ਰੈਜ਼ੀਡੈਂਟ ਆਫ ਇੰਡੀਆ ਲਿਖ ਲੈਂਦੇ। ਹਾਂ ਜਿਹੜੇ ਹਿੰਦੀ ਸ਼ਬਦ ਜਿੱਥੇ ਵਰਤਣੇ ਸੀ ਜਾਂ ਇਨਵੀਟੇਸ਼ਨ ਉੱਥੇ ਭਾਰਤ ਲਿਖ ਲੈਂਦੇ ਭਾਰਤ ਦੇ ਰਾਸ਼ਟਰਪਤੀ, ਫਿਰ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਇਹ ਬਹੁਤ ਹੀ ਖਤਰਨਾਕ ਜਿਹੜੀ ਇਹਨਾਂ ਦੀ ਸਾਜ਼ਿਸ਼ ਹੈ ਭਾਜਪਾ ਦੀ, ਭਾਰਤ ਦੇ ਸੰਵਿਧਾਨ ਨੂੰ ਮਰੋੜਨ ਦੀ, ਤੋੜਨ ਦੀ, ਔਰ ਭਾਰਤ ਦੇ ਲੋਕਾਂ ਨਾਲ ਨਫ਼ਰਤ ਉਹ ਬਾਹਰ ਆਈ ਆ। ਔਰ ਇਸ ਪਹਿਲੇ ਜਿਹੜਾ ਕਾਰਨਾਮਾ ਇਹਨਾਂ ਨੇ ਅੱਜ ਕੀਤਾ। ਜੀ ਠੀਕ ਹੈ, ਮੈਂ ਅਗਲੇ ਸਵਾਲ ਲੈ ਕੇ ਕੰਗ ਸਾਹਿਬ ਤੁਹਾਡੇ ਕੋਲ ਆਉਣਾ। ਨੂੰ ਬਦਲਣ ਦੀ ਕਵਾਇਦ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਨੂੰ ਬਦਲਣ ਦੀ ਇੱਕ ਕਵਾਇਦ ਇੱਕ ਤਰੀਕੇ ਨਾਲ ਬੀਜੇਪੀ ਕਰ ਰਹੀ ਹੈ। ਮੈਂ ਇੱਕ ਵਾਰ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ, ਫਿਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਬਹੁਤ ਸਾਰੇ ਸਵਾਲ ਹੋਣਗੇ। ਅੰਬੇਡਕਰ ਸਾਹਿਬ ਨਾਲ ਨਫ਼ਰਤ ਵੀ ਆ ਦੂਸਰੀ ਗੱਲ। ਠੀਕ ਹੈ, ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ ਹਾਂ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਖੜਿਆਲ ਸਾਹਿਬ, ਕਾਂਗਰਸ ਖੁੱਲ ਕੇ ਵਿਰੋਧ ਕਰਦੀ ਇਸ ਦਾ ਨਜ਼ਰ ਆ ਰਹੀ ਹੈ। ਦੇਖੋ, ਮੈਂ ਉਸੇ ਪੁਆਇੰਟ ਤੋਂ ਸ਼ੁਰੂ ਕਰਦਾ। ਬੀਜੇਪੀ ਨੂੰ ਲੱਗਦਾ ਹੈ ਕਿ ਤੁਹਾਨੂੰ ਭਾਰਤ ਸ਼ਬਦ ਤੋਂ ਹੀ ਨਫ਼ਰਤ ਹੈ। ਬੀਜੇਪੀ ਦੀਆਂ ਸਟੇਟਮੈਂਟਸ ਜਿਹੜੀਆਂ ਪੂਰਾ ਦਿਨ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੁਣਵਾਈਆਂ, ਉਹ ਫੋਕਸਡ ਇੱਕ ਪੁਆਇੰਟ ਦੇ ਉੱਤੇ ਹੈ ਕਿ ਕਾਂਗਰਸ, ਨਾਮ ਨਹੀਂ ਲੈ ਰਹੇ ਹੋ ਬੇਸ਼ੱਕ, ਪਰ ਇਸ਼ਾਰਾ ਤੁਹਾਡੇ ਵਾਲੇ ਪਾਸੇ ਹੈ ਕਿ ਤੁਹਾਨੂੰ ਭਾਰਤ ਮਾਤਾ ਕੀ ਜੈ ਕਹਿਣ ਦੇ ਨਾਲ ਪ੍ਰੋਬਲਮ ਹੈ, ਭਾਰਤ ਸ਼ਬਦ ਵਰਤਨ ਦੇ ਨਾਲ ਪ੍ਰੋਬਲਮ ਹੈ। ਹਾਂ, ਇੰਡੀਆ ਤੁਸੀਂ ਵਰਤ ਰਹੇ ਹੋ, ਕੋਈ ਦਿੱਕਤ ਨਹੀਂ। ਧੰਨਵਾਦ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਬੌਖਲਾਹਟ ਦਾ, ਘਬਰਾਹਟ ਦਾ ਤੇ ਨਰਵਸਨੈਸ ਦਾ ਇਹ ਪ੍ਰਤੀਕ ਹੈ, ਸਰਟੀਫਿਕੇਟ ਹੈ ਕਿ ਇੰਡੀਆ ਅਲਾਈਅੰਸ ਤੋਂ ਭਾਰਤੀ ਜਨਤਾ ਪਾਰਟੀ ਕਿੰਨਾ ਡਰੀ ਬੈਠੀ ਹੈ, ਘਬਰਾਈ ਬੈਠੀ ਹੈ ਵੀ 2024 ਦੇ ਵਿੱਚ ਜਿਵੇਂ ਹਿਮਾਚਲ ਤੇ ਕਰਨਾਟਕਾ ਸਾਨੂੰ ਮੁਕਤ ਕੀਤਾ, 2024 ਚ ਵੀ ਕਰਨਗੇ ਇੰਡੀਆ ਅਲਾਈਅੰਸ ਵਾਲੇ। ਸੋ ਮੈਂ ਭਾਰਤੀ ਜਨਤਾ ਪਾਰਟੀ ਨੂੰ ਦੋ ਤਿੰਨ ਚੀਜ਼ਾਂ ਸਪਸ਼ਟ ਕਰਦਾ। ਪਹਿਲਾਂ ਤਾਂ ਕਿ ਕੱਲ ਨੂੰ ਜੇ ਇੰਡੀਆ ਅਲਾਈਅੰਸ ਜਿਹੜੀ ਆਪੋਜੀਸ਼ਨ ਯੂਨਿਟੀ ਹੈ ਉਹਨੂੰ ਇੰਡੀਆ ਓਬਲੀਕ ਸਲੈਸ਼ ਪਾ ਕੇ ਭਾਰਤ ਕਰ ਦਿੰਨੇ ਆ ਤਾਂ ਕਿ ਤੁਸੀਂ ਭਾਰਤ ਵੀ ਨਾ ਬਦਲ ਦੋਗੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਕਹੂੰਗਾ ਵੀ ਇਨਸਿਕਿਉਰਿਟੀ ਦੀ ਵੀ ਨਾ ਕੋਈ ਸੀਮਾ ਹੁੰਦੀ ਹੈ ਤੇ ਉਹ ਸੀਮਾ ਨੂੰ ਥੋੜਾ ਬਰਕਰਾਰ ਰੱਖੋ। ਮੈਂ ਇਹਨਾਂ ਨੂੰ ਪੁੱਛੂੰਗਾ ਗੌਰਵ ਜੀ ਕਿ ਟਾਈਮਿੰਗ ਜੇ ਮਤਲਬ ਇਹ ਕਹਿ ਰਹੇ ਗੁਲਾਮੀ ਦਾ ਪ੍ਰਤੀਕ ਹੈ ਨਾਮ ਇੰਡੀਆ, ਤੁਸੀਂ ਇੱਕ ਬਾਈਟ ਵੀ ਚਲਾ ਰਹੇ ਸੀਗੇ, ਤੁਸੀਂ ਡਿਟੇਲ ਚ ਦੱਸ ਰਹੇ ਸੀ ਗੌਰਵ ਜੀ, ਕਿਸੇ ਲੀਡਰ ਨੇ ਕਿਹਾ ਸੋ ਜੇ ਗੁਲਾਮੀ ਦਾ ਪ੍ਰਤੀਕ ਹੈ ਨਾਮ, ਫਿਰ 2014 ਦੇ ਵਿੱਚ ਆ ਕੇ ਕੋਈ ਨਾਮ ਬਦਲਿਆ ਬਾਈ ਤੁਸੀਂ? ਤੁਹਾਨੂੰ 2023 ਦੇ ਵਿੱਚ ਇਹ ਕਰਨ ਦੀ ਕਿਉਂ ਲੋੜ ਪਈ? ਉਹ ਤਾਂ ਪਈ ਤਾਂ ਕਿ ਇੰਡੀਆ ਅਲਾਈਅੰਸ ਨੂੰ ਢਾਹ ਲਾ ਸਕਣ। ਜਿਹੜਾ ਲੋਕਾਂ ਦੇ ਵਿੱਚ ਆਪਣਾ ਪਿਆਰ ਹੈ ਸਾਡੇ ਅਲਾਈਅੰਸ ਦੇ ਪ੍ਰਤੀ, ਉਹਨੂੰ ਤੋੜਿਆ ਜਾ ਸਕੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਨਾ ਇੱਕ ਆਦਤ ਹੈ ਗੌਰਵ ਜੀ, ਇਹਨਾਂ ਕੋਲੇ ਕੰਮ ਤਾਂ ਦਿਖਾਉਣ ਨੂੰ ਹੁੰਦਾ ਨਹੀਂ ਹੈ, ਸੋ ਨਾਮ ਬਦਲ ਕੇ ਉਹਨੂੰ ਐਸ ਕੰਮ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਲੱਗਦਾ 9 ਸਾਲਾਂ ਦੇ ਵਿੱਚ ਜੇ ਬੀਜੇਪੀ ਨੇ ਕੁਝ ਕੀਤਾ ਹੈ ਤੇ ਸਿਰਫ ਔਰ ਸਿਰਫ ਇੱਕ ਚੀਜ਼ ਕੀਤੀ ਹੈ, ਉਹ ਨਾਮ ਬਦਲਣਾ। ਸਟੇਡੀਅਮ ਤੋਂ ਲੈ ਕੇ ਤੁਸੀਂ ਲਾ ਲਓ, ਸ਼ਹਿਰਾਂ ਤੋਂ ਲੈ ਕੇ, ਕਾਨੂੰਨ ਤੋਂ ਲੈ ਕੇ, ਐਸੀ ਕੋਈ ਚੀਜ਼ ਛੱਡੀ ਨਹੀਂ, ਮਿਊਜ਼ੀਅਮ ਤੋਂ ਲੈ ਕੇ, ਜਿਹਦਾ ਨਾਂ ਨਾ ਬਦਲਿਆ ਹੋਵੇ ਭਾਰਤੀ ਜਨਤਾ ਪਾਰਟੀ ਨੇ। ਤੇ ਕਿੱਡੀ ਵੱਡੀ ਐਕਸਰਸਾਈਜ਼ ਹੈ ਗੌਰਵ ਜੀ, ਦੇ ਕਿੱਡੇ ਵੱਡੇ ਕਨਸੀਕੁਐਂਸ ਹੈ, ਇਹ ਮੈਂ ਤੁਹਾਨੂੰ ਦੱਸਦਾ। ਮੈਂ ਪੁਆਇੰਟ ਆਵਾਂ, ਮੈਂ ਇੱਕ ਪੁਆਇੰਟ ਤੇ ਆਣਾ। ਮੈਂ ਖੜਿਆਲ ਸਾਹਿਬ ਇੱਕ ਪੁਆਇੰਟ ਤੁਹਾਡੇ ਤੋਂ ਸਮਝਣਾ ਚਾਹ ਰਿਹਾ। ਦ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਦੇ ਉੱਤੇ ਇਤਰਾਜ਼ ਹੈ, ਗਲਤ ਤਾਂ ਉਹ ਵੀ ਨਹੀਂ ਹੈ, ਤਾਂ ਤੁਸੀਂ ਵੀ ਮੰਨੋਗੇ। ਇਨਫੈਕਟ ਤੁਸੀਂ ਖੁਦ ਲਾਇਰ ਹੋ, ਬਹੁਤ ਸੀਨੀਅਰ, ਇਹ ਤੁਸੀਂ ਸਮਝਦੇ ਹੋ ਕਿ ਬਾਕੀ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਦ ਪ੍ਰੈਜ਼ੀਡੈਂਟ ਆਫ ਭਾਰਤ, ਬੀਜੇਪੀ ਇਹੀ ਕਹਿ ਰਹੀ ਹੈ, ਫਿਰ ਕੀ ਹੋ ਗਿਆ ਜੇ ਭਾਰਤ ਲਿਖ ਦਿੱਤਾ? ਤੁਸੀਂ ਉਸ ਦੇ ਉੱਤੇ ਇੰਨਾ ਇਤਰਾਜ਼ ਕਿਉਂ ਜਤਾ ਰਹੇ? ਕਿ ਭਾਰਤੀ ਜਨਤਾ ਪਾਰਟੀ ਦੀ ਇਹ ਜਿਹੜੀ ਚਾਲ ਹੈ, ਜਿਹੜਾ ਇਹ ਐਕਸ਼ਨ ਹੈ ਜੀ, ਇਹ ਤੁਸੀਂ ਦੇਖੋ ਕਿ 9 ਸਾਲਾਂ ਬਾਅਦ ਲੈ ਕੇ ਆ ਰਹੇ ਹੈ ਪਾਵਰ ਚ ਆਉਣ ਦੇ ਬਾਅਦ। ਜੇ ਏਡੀ ਅਰਜੈਂਸੀ ਸੀ, ਏਡਾ ਜ਼ਰੂਰੀ ਸੀ, ਇੰਡੀਆ ਨਾਮ ਹੀ ਗਲਤ ਹੈ, ਤਾਂ 2014 ਦੇ ਵਿੱਚ ਇਹ ਕਰਦੇ। ਲੇਕਿਨ ਹੁਣ ਤਾਂ ਕਰ ਰਹੇ ਹੈ ਤਾਂ ਕਿ ਲੋਕਾਂ ਨੂੰ, ਵੋਟਰਾਂ ਨੂੰ ਵੂ ਕੀਤਾ ਜਾ ਸਕੇ, ਕਿਉਂਕਿ ਹੋਰ ਕੁਝ ਕੰਮ ਤਾਂ ਦਿਖਾਉਣ ਨੂੰ ਹੈ ਨਹੀਂ, ਸੋ ਇਹਨੂੰ ਦਿਖਾਉਣਾ ਚਾਹੁੰਦੇ। ਗੌਰਵ ਜੀ, ਦੂਜੀ ਗੱਲ ਇਹ ਹੈ ਕਿ ਸਾਡਾ ਸੰਵਿਧਾਨ, ਸਾਡਾ ਲੋਕਤੰਤਰ ਤੇ ਸਾਡਾ ਦੇਸ਼ ਖਤਰੇ 'ਚ ਹੈ। ਇਹੀ ਚੀਜ਼ਾਂ ਕਰਕੇ ਬੀਜੇਪੀ ਦੀ ਕਦੇ ਵਨ ਨੇਸ਼ਨ ਵਨ ਇਲੈਕਸ਼ਨ ਕਹਿਣਗੇ, ਕਦੇ ਕਹਿਣਗੇ ਦੇਸ਼ ਦਾ ਨਾਮ ਹੀ ਬਦਲ ਦੇਣਾ ਹੈ, ਕਦੇ ਕਹਿਣਗੇ ਅਸੀਂ ਕ੍ਰਿਸ਼ੀ ਕਾਨੂੰਨ ਇੰਪਲੀਮੈਂਟ ਕਰਨੇ ਹੈ, ਕਦੇ ਨੋਟਬੰਦੀ ਕਰ ਦੇਣਗੇ। ਬੜੀ ਖਤਰਨਾਕ ਗੱਲ ਹੈ ਗੌਰਵ ਜੀ, ਇਹ ਬੀਜੇਪੀ ਦੀ ਕੋਈ ਲਿਮਿਟੇਸ਼ਨ ਨਹੀਂ ਹੈ ਜਦੋਂ ਡੰਡਾ ਤੰਤਰ ਕਰਨ ਤੇ ਆਉਂਦੇ। ਦੂਜੀ ਗੱਲ ਇਹ ਹੈ 140 ਕਰੋੜ ਲੋਕਾਂ ਦਾ ਦੇਸ਼ ਹੈ ਗੌਰਵ ਜੀ। ਮੈਂ ਬੀਜੇਪੀ ਨੂੰ ਪੁੱਛੂੰਗਾ ਕਿ ਐਜ਼ ਆਫ ਨਾਓ ਤਾਂ ਇੰਡੀਆ ਹੈ ਸਾਡਾ ਜੋ ਦੇਸ਼ ਦਾ ਨਾਮ ਹੈ, ਪ੍ਰੀਐਂਬਲ ਇੰਟਰੋਡਕਸ਼ਨ ਹੈ ਸੰਵਿਧਾਨ ਦਾ, ਜੋ ਕਹਿੰਦਾ ਵੀ ਦਾ ਪੀਪਲ ਆਫ ਇੰਡੀਆ ਸੋਸ਼ਲਿਸਟ ਸੋਵਰਨ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ।
ਤੇ ਜੇ ਨਾਮ ਹਜੇ ਬਦਲਿਆ ਨਹੀਂ ਗਿਆ ਤੇ ਤੁਸੀਂ ਪਹਿਲਾਂ ਇਨਵੀਟੇਸ਼ਨ ਤੇ ਭਾਰਤ ਲਿਖ ਰਹੇ ਹੋ। ਇਹ ਕਿਹਨੂੰ ਪੁੱਛ ਕੇ ਕੀਤਾ, ਕਿਹਨੂੰ ਕੰਸਲਟ ਕੀਤਾ ਗੌਰਵ ਜੀ ਇਹਨਾਂ ਨੇ, ਕਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਇਸ ਚੀਜ਼ ਤੇ? ਜੇ ਤਾਂ ਹੁੰਦਾ ਗੌਰਵ ਜੀ ਕਿ ਚਰਚਾ ਹੋਈ ਹੁੰਦੀ, ਡਿਲੀਬਰੇਸ਼ਨ ਹੋਈ ਹੁੰਦੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ, ਸਟੇਕ ਹੋਲਡਰ ਨੂੰ ਪੁੱਛਿਆ ਹੁੰਦਾ, ਦੇਸ਼ ਦੇ ਲੋਕਾਂ ਨੂੰ ਪੁੱਛਿਆ ਹੁੰਦਾ, that would have been a different thing। ਬਗੈਰ ਪੁੱਛੇ ਥੋਪਣ ਦੀ ਆਦਤ ਭਾਰਤੀ ਜਨਤਾ ਪਾਰਟੀ ਦੀ ਜਾਂਦੀ ਨਹੀਂ ਤੇ ਕਿਉਂ ਕਰਦੇ ਗੌਰਵ ਜੀ? ਇਹ ਸਮਝਣਾ ਬੜਾ ਜ਼ਰੂਰੀ ਹੈ। ਇਹ ਆਪਣਾ ਪ੍ਰਿੰਟ ਛੱਡਣਾ ਚਾਹੁੰਦੇ ਗੌਰਵ ਜੀ, ਸੋਸ਼ਲ, ਕਲਚਰਲ, ਲੀਗਲ ਤੇ ਪੋਲੀਟੀਕਲ ਐਸਪੈਕਟਸ ਤੇ ਦੇਸ਼ ਦੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਗੱਲ ਕਹੂੰਗਾ ਕਿ ਬੀਜੇਪੀ ਕਿਉਂ ਮਤਲਬ ਕਿ ਬਗੈਰ ਕੋਈ ਪਲਾਨ ਆਫ ਐਕਸ਼ਨ ਦੇ, ਬਗੈਰ ਕੋਈ ਡਿਲੀਬਰੇਸ਼ਨ ਦੇ ਚੀਜ਼ ਕਰਦੀ ਹੈ। ਕਿਉਂਕਿ ਗੌਰਵ ਜੀ ਜਦੋਂ ਇਹਦਾ ਨਾਮ ਬਦਲਦੇ ਆ ਨਾ, ਉਹਦੇ ਬਾਅਦ ਡਾਕੂਮੈਂਟੇਸ਼ਨ ਦੇ ਵਿੱਚ ਨਾਮ ਬਦਲਣ ਦੀ ਲੋੜ ਪਊਗੀ। ਕਿੰਨਾ ਖਰਚਾ ਆਊਗਾ, ਨੰਬਰ 1। ਨੰਬਰ 2, ਇਹ ਪੈਸਾ ਜਦੋਂ ਲੱਖਾਂ ਕਰੋੜਾਂ ਦਾ ਸਾਡੇ ਤੇ ਕਰਜ਼ਾ, ਹਿੰਦੁਸਤਾਨ ਦੇ ਖਜ਼ਾਨੇ ਉੱਤੇ ਕਰਜ਼ਾ ਕਿੰਨਾ ਹੈ ਗੌਰਵ ਜੀ? ਕੀ ਆਪਾਂ ਇਹ ਐਕਸਰਸਾਈਜ਼ ਅਫੋਰਡ ਕਰ ਸਕਦੇ ਹਾਂ? ਠੀਕ ਹੈ, ਇਹ ਪੁਆਇੰਟ ਦੇ ਉੱਤੇ ਆਵਾਂਗੇ ਹਨਾ ਕਿ ਖੜਿਆਲ ਸਾਹਿਬ ਇਸ ਦੇ ਵਿੱਚ ਇੱਕ ਵੀ ਪੁਆਇੰਟ ਜ਼ਰੂਰ ਚੁੱਕਿਆ ਜਾ ਰਿਹਾ ਹੈ जो क्योंकि फिलहाल तो कोई खरड़ा या कुछ इस तरीके का बिल या कोई मता तो सामने नहीं आया, पर चर्चावां जरूर ने। चर्चावां ये भी ने कि अगे भारत शब्द का अगे तो इस्तेमाल वध तो वध किया जाए या सिर्फ भारत शब्द का इस्तेमाल किया जाए, ਜਿਹੜੇ ਪੁਰਾਣੇ ਡਾਕੂਮੈਂਟਸ ਨੇ ਐਜ਼ ਇਟ ਇਜ਼ ਚੱਲਦੇ ਰਹਿਣਗੇ। ਇਹ ਵੀ ਇੱਕ ਚਰਚਾ ਜ਼ਰੂਰ ਹੈ। ਜਿਹੜਾ ਤੁਹਾਡਾ ਖਰਚੇ ਵਾਲਾ ਪੁਆਇੰਟ ਹੈ ਮੈਂ ਇਸ ਕਰਕੇ ਕਹਿ ਰਿਹਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਦੀਪਾ ਜੀ ਦਾ ਰੁਕ ਕਰਦਾ, ਰਜਿੰਦਰ ਦੀਪਾ ਜੀ ਦਾ। ਰਜਿੰਦਰ ਦੀਪਾ ਜੀ, ਅਕਾਲੀ ਦਲ ਦਾ ਕੀ ਸਟੈਂਡ ਹੈ? ਕਿ ਅਕਾਲੀ ਦਲ ਨੂੰ ਇਤਰਾਜ਼ ਹੈ ਜੇ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਜਾਂਦਾ ਹੈ, ਹਰ ਜਗ੍ਹਾ ਭਾਰਤ ਆਵੇ, ਜਿਵੇਂ ਸੱਦੇ ਪੱਤਰ 'ਚ ਆ ਗਿਆ द प्रेसिडेंट ऑफ भारत? देखो, ਇਤਰਾਜ਼ ਵਾਲੀ ਤਾਂ ਕੋਈ ਐਸੀ ਗੱਲ ਨਹੀਂ, ਪਰ ਐਡਾ ਵੱਡਾ ਡਿਸੀਜਨ ਜਦੋਂ ਕੋਈ ਲੈਂਦਾ ਹੈ, ਸੈਂਟਰਲ ਗਵਰਨਮੈਂਟ ਲੈ ਰਹੀ ਹੈ, ਪਰ ਆਮ ਲੋਕ ਇਹ ਸੋਚਦੇ ਜ਼ਰੂਰ ਹੈ ਯਾਰ ਵਜ੍ਹਾ ਕੀ ਹੈ, ਕੀ ਵਜ੍ਹਾ ਹੈ ਕਿ ਇਹ ਐਡਾ ਵੱਡਾ ਡਿਸੀਜਨ ਲਿਆ ਜਾ ਰਿਹਾ, ਉਹ ਵੀ ਜਦੋਂ ਇਲੈਕਸ਼ਨ 6-7 ਮਹੀਨੇ ਰਹਿ ਗਏ ਪਾਰਲੀਮੈਂਟ ਦੇ, ਔਰ ਉਦੋਂ ਜਦੋਂ ਇੱਕ 26-27 ਪਾਰਟੀਆਂ ਦਾ ਜਿਹੜੀਆਂ ਵਿਰੋਧੀ ਧਿਰਾਂ ਦਾ ਇੱਕ ਅਲਾਇੰਸ ਗਠਬੰਧਨ ਬਣਨ ਜਾ ਰਿਹਾ ਜਾਂ ਬਣ ਗਿਆ, ਜਾਂ ਕਿੰਨਾ ਕੁ ਕਾਮਯਾਬ ਹੁੰਦਾ ਮੈਂ ਉਹਦੇ 'ਚ ਨਹੀਂ ਜਾਂਦਾ, ਉਹਨੇ ਇੰਡੀਆ ਨਾਂ ਰੱਖਤਾ, ਇੱਕ ਪਰਸੈਪਸ਼ਨ ਜੀ, ਇੱਕ ਚਰਚਾ ਇਹ ਤਾਂ ਜ਼ਰੂਰ ਚੱਲੂ। ਸ਼ਾਇਦ ਉਸ ਗੱਲ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਘਬਰਾਹਟ ਹੈ। ਮਤਲਬ ਇਹ ਗੱਲ ਇੱਕ ਚਰਚਾ 'ਚ, ਸਾਨੂੰ ਇਸ ਚੀਜ਼ ਦਾ ਨਹੀਂ ਫਰਕ ਪੈਂਦਾ, ਪਰ ਹਾਂ ਜੇ ਇਸ ਚੀਜ਼ ਨੂੰ ਤੁਸੀਂ ਪੋਲਰਾਈਜ਼ ਬੰਨੀ ਲੈ ਕੇ ਜਾਂਦੇ ਹੋ, ਨਾਰਥ ਵਰਸਸ ਸਾਊਥ ਕਰਨਾ ਚਾਹੁੰਦੇ ਹੋ, ਜਾਂ ਜਿਹੜੀਆਂ ਮਾਈਨੋਰਟੀਜ਼ ਹੈ ਉਹਨਾਂ ਨੂੰ ਕੁਝ ਹੋਰ ਮੈਸੇਜ ਦੇਣਾ ਚਾਹੁੰਦੇ ਹੋ, ਸਾਨੂੰ ਫਿਰ ਇਤਰਾਜ਼ ਹੈ। ਤੁਸੀਂ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਦੀ ਗੱਲ ਕੀਤੀ ਕਿ ਜੀ ਇਹ ਭਾਰਤ ਵਰਡ ਯੂਜ਼ ਹੋਣਾ ਚਾਹੀਦਾ। ਮੋਹਨ ਭਾਗਵਤ ਜੀ ਤਾਂ ਇੱਕ ਤੋਂ ਵੱਧ ਹਰ ਸਾਲ 2-3 ਵਾਰੀ ਇਹ ਵੀ ਸਟੇਟਮੈਂਟ ਦਿੰਦੇ ਹੈ ਕਿ ਜਿੰਨੀਆਂ ਵੀ ਮਾਈਨੋਰਟੀਜ਼ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਮੁਸਲਮਾਨ ਹੈ, ਤੇ ਭਾਵੇਂ ਉਹ ਕ੍ਰਿਸਚਨ ਹੈ, ਉਹ ਸਾਰੇ ਹਿੰਦੂਆਂ ਦੇ ਵਿੱਚੋਂ ਹੀ ਆਏ ਆ, ਹਿੰਦੂ ਸੀ, ਇਹਨਾਂ ਇਹ ਹਿੰਦੂ ਹੀ ਹੈ। ਬਈ ਹੁਣ ਹੋ ਸਕਦਾ ਹੈ ਤੁਸੀਂ ਜਾਓ ਇਹਨਾਂ ਦੇ ਇਤਿਹਾਸ ਦੇ ਵਿੱਚ, ਇਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦੀ ਹੈ, ਪਰ ਅੱਜ ਸਭ ਦੀਆਂ ਆਪਦੀ ਆਇਡੈਂਟੀਟੀ ਹੈ। ਜੇ ਸਿੱਖ ਧਰਮ ਦੀ ਗੱਲ ਕਰੀਏ, 350 ਸਾਲ ਤੋਂ ਪੁਰਾਣਾ ਇਹ ਧਰਮ ਹੋ ਗਿਆ, ਉਸ ਦੀ ਇੱਕ ਅੱਜ ਆਇਡੈਂਟੀਟੀ ਹੈ। ਜੇ ਤੁਸੀਂ ਉਹਨਾਂ ਨੂੰ ਅੱਜ ਉਵੇਂ ਹਿੰਦੂ ਕਹਿ ਕੇ ਕਹੋਗੇ ਤੇ ਉਹ ਸਿੱਖਾਂ ਨੂੰ ਮਾਨਿਆ ਨਹੀਂ ਹੈ। ਪਤਾ ਨਹੀਂ ਕਿਉਂ ਮੋਹਨ ਭਾਗਵਤ ਜੀ ਇਹ ਵਾਰੀ ਇਹ ਗੱਲ ਕਰਦੇ ਆ, ਤਾਂ ਗੱਲ ਫਿਰ ਮਿਨੋਰਟੀਜ਼ ਦੇ ਦਿਮਾਗ 'ਚ ਜਾਂਦੀ ਹੈ, ਰਾਸ਼ਟਰਵਾਦ ਦੀ ਗੱਲ। ਮੈਂ ਥੋੜਾ ਹੋਰ ਕਲੀਅਰ ਚਾਹੁੰਦਾ, ਮੈਂ ਦੇਖੋ ਕਾਂਗਰਸ ਨਹੀਂ ਦੀਪਾ ਜੀ, ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਿਹਾ, ਮੈਂ ਜੈਬੰਸ਼ ਜੀ ਤੋਂ ਤੁਹਾਡੀ ਗੱਲ ਦਾ ਜਵਾਬ ਲਵਾਂਗਾ, पर मेरा एक सवाल है, क्योंकि कंफ्यूजन ना रहे। आम आदमी पार्टी बहुत क्लियर कट विरोध कर रही है, कांग्रेस बहुत क्लियर कट विरोध कर रही है, अकाली दल स्टैंड स्पष्ट कर दे कि इस दे विरोध दे विच हो कि नहीं हो, कि जे कोई बिल या मता लिआंदा जांदा पार्लीमेंट दे विच तां अकाली दल इस दा नाल खड़ेगा बीजेपी दे या इस दे अगेंस्ट होएगा? देखो गौरव जी, ये तां चीज जदों आऊगी सामने किस तरह दा मता है, उस तरह दा ही पार्टी प्रेसिडेंट साडी कोर कमेटी फैसला करूगी। मैं उस ते अज नहीं टिप्पणी कर सकदा, ਜਿਹੜੀ ਚੀਜ਼ ਅਜੇ ਆਈ ਨਹੀਂ, ਆਪਾਂ ਉਹਦੇ ਬਾਰੇ ਕਹਿਣਾ ਮੇਰੇ ਲਈ ਠੀਕ ਨਹੀਂ ਹੈਗਾ। ਪਰ ਮੋਟੀ ਗੱਲ ਹੈ, ਕੋਈ ਵੀ ਚੀਜ਼ ਐਡਾ ਵੱਡਾ ਕੋਈ ਚੀਜ਼ ਹੁੰਦੀ ਹੈ ਤਾਂ ਉਹਦੀ ਵਜ੍ਹਾ ਜੋ ਲੋਕ ਜ਼ਰੂਰ ਸਮਝਣਾ ਚਾਹਾਂਗੇ ਵੀ ਕੀ ਵਜ੍ਹਾ ਹੈ। ਅੱਜ ਜੋ ਵਜ੍ਹਾ ਸਮਝ ਆ ਰਹੀ ਹੈ ਕਿ ਸ਼ਾਇਦ ਇੰਡੀਆ ਦੇ ਅਲਾਇੰਸ ਤੋਂ ਸਾਨੂੰ ਘਬਰਾਹਟ ਹੈ, ਘਬਰਾਹਟ ਹੋਣੀ ਨਹੀਂ ਚਾਹੀਦੀ। ਨਰਿੰਦਰ ਮੋਦੀ ਜੀ ਦਾ ਨਾਂ ਹੋਵੇ, 10 ਸਾਲ ਦੀ ਸਰਕਾਰ ਚਲਾ ਰਹੇ ਹੈ, ਦੇਸ਼ ਵਿਦੇਸ਼ ਐਡਾ ਵੱਡਾ ਨਾਂ ਹੈ, ਫੁੱਲ ਮੈਜੋਰਟੀ ਹੈ, ਔਰ ਕਹਿ ਰਹੇ ਹੈ ਕਿ ਅਸੀਂ ਉਸ ਤੋਂ ਵੀ ਵੱਡੀਆਂ ਲੈ ਕੇ ਆਵਾਂਗੇ, ਨਾਲ ਅਮਿਤ ਸ਼ਾਹ ਹੈ, ਐਡਾ ਵੱਡਾ ਇਹਨਾਂ ਦਾ ਸਟਰਕਚਰ ਹੈ, ਘਬਰਾਹਟ ਹੋਣੀ ਨਹੀਂ ਚਾਹੀਦੀ। ਭਾਵੇਂ ਇਹ ਨਹੀਂ ਮੰਨਣਗੇ ਸਾਨੂੰ ਕੋਈ ਘਬਰਾਹਟ ਹੈ, ਪਰ ਲੋਕਾਂ ਦੇ ਵਿੱਚ ਇਹ ਜਾ ਰਹੀ ਹੈ, ਪਰਸੈਪਸ਼ਨ ਬਣ ਰਹੀ ਹੈ ਕਿ ਇਹਨੂੰ ਇੰਡੀਅਨ ਵਰਡ ਦੇ ਨਾ ਹੀ ਹੈ। ਬਿਲਕੁਲ ਠੀਕ ਹੈ, ਚਲੋ ਮੈਂ ਇੱਕ ਵਾਰੀ ਜਵਾਬ ਲੈਣਾ। ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਨਫੈਕਟ ਸਾਰੇ ਪੈਨਲਿਸਟ ਇਹ ਕਹਿ ਰਹੇ ਨੇ ਕਿ ਦੋ ਪਾਰਟੀਆਂ ਤਾਂ ਉਸ ਅਲਾਇੰਸ ਦੇ ਵਿੱਚ ਸ਼ਾਮਲ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਤਾਂ ਡਾਇਰੈਕਟਲੀ ਕਹਿ ਰਹੇ ਨੇ ਕਿ ਅਲਾਇੰਸ ਦੀ ਵਜ੍ਹਾ ਦੇ ਨਾਲ ਹੀ ਇਹ ਬਦਲਿਆ ਗਿਆ ਨਾਮ, ਜਾਂ ਫਿਰ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ। ਜੈਬੰਸ਼ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ।
जयवंश जी आवाज आ रही है मेरी? ਅਰਸ਼ਪ੍ਰੀਤ ਜੀ ਮੈਨੂੰ ਤੇ ਗੌਰਵ ਜੀ ਦੀ ਆਵਾਜ਼ ਨਹੀਂ ਆ ਰਹੀ। ਅਗਰ ਮੇਰੇ ਕੋਲੋਂ ਪੁੱਛ ਰਹੇ ਤਾਂ ਮੈਨੂੰ ਦੱਸ ਦਿਓ, ਮੈਂ ਜਵਾਬ ਦਿੰਦਾ। ਅੱਛਾ, ਉਹਨਾਂ ਦੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ, ਠੀਕ ਹੈ। ਚਲੋ ਮੈਂ ਤਾਂ ਤੁਹਾਡੀ ਸਟੇਟਮੈਂਟ ਅਰਸ਼ਪ੍ਰੀਤ ਜੀ ਨੂੰ ਵੀ ਤੁਸੀਂ ਸੁਣਿਆ ਹੋਏਗਾ, ਬਾਕੀ ਗੈਸਟ ਨੂੰ ਸੁਣਿਆ ਹੋਏਗਾ। ਆਵਾਜ਼ ਨਹੀਂ ਆ ਰਹੀ ਮੈਨੂੰ ਗੌਰਵ ਜੀ ਤੁਹਾਡੀ। ਮੈਨੂੰ ਅਰਸ਼ਪ੍ਰੀਤ ਜੀ ਦੀ ਆ ਗਈ ਸੀਗੀ, ਕੰਗ ਜੀ ਦੀ ਆ ਗਈ ਸੀਗੀ। ਤੁਸੀਂ ਅਰਸ਼ਪ੍ਰੀਤ ਜੀ ਆਸਕਿੰਗ ਮੀ। ਇਹ ਸਿਰਫ ਤੁਹਾਨੂੰ ਹੀ ਪੁੱਛ ਰਿਹਾ ਜੀ, ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ। ਨਹੀਂ, ਆਵਾਜ਼ ਨਹੀਂ ਆ ਰਹੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡੇ ਤੋਂ ਤਾਂ ਸਾਰੇ ਜਿਹੜੇ ਸਵਾਲ ਨੇ ਉਹਨਾਂ ਦਾ ਜਿਹੜਾ ਜਵਾਬ ਲੈਣਾ ਹੈ। ਖੜਿਆਲ ਸਾਹਿਬ, ਇੱਕ ਬਹੁਤ ਛੋਟੀ ਜਿਹੀ ਸਟੇਟਮੈਂਟ, ਮੈਂ ਉਸ ਤੋਂ ਬਾਅਦ ਅੱਗੇ ਵਧਦਾ ਹੈ। ਖੁੱਲ ਕੇ ਵਿਰੋਧ ਕਰੋਗੇ ਜੇਕਰ ਇਸ ਦੇ ਉੱਤੇ ਕੋਈ ਬਿੱਲ ਮਤਾ ਲਿਆਂਦਾ ਗਿਆ? ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਮੈਂ ਸਵਾਲ ਕੀਤੇ ਹੈ, ਇਹ ਪੂਰੇ ਦੇਸ਼ ਦੇ ਸਵਾਲ ਹੈ ਵੀ ਬੀਜੇਪੀ ਜਿਹੜੀ ਹੈਗੀ ਹੈ 9 ਸਾਲ ਪਹਿਲਾਂ ਇਹ ਚੀਜ਼ ਨੂੰ ਕਿਉਂ ਨਹੀਂ ਇਹਨਾਂ ਨੇ ਕੀਤਾ ਜੇ ਗੁਲਾਮੀ ਦਾ ਪ੍ਰਤੀਕ ਹੈ, ਨੰਬਰ 1। ਨੰਬਰ 2, ਭਾਰਤੀ ਜਨਤਾ ਪਾਰਟੀ ਜਿਹੜੇ ਕਦਮ ਚੱਕ ਰਹੀ ਹੈ ਨਾ ਗੌਰਵ ਜੀ, ਟਾਈਮਿੰਗ ਨੂੰ ਤੁਸੀਂ ਦੇਖੋਗੇ, ਜਦੋਂ ਇੰਡੀਆ ਅਲਾਈਅੰਸ ਅਸੀਂ ਡਿਕਲੇਅਰ ਕੀਤਾ, ਅਨਾਉਂਸਮੈਂਟ ਕੀਤੀ ਕਿ ਆ ਸਾਡੀ ਅਲਾਈਅੰਸ ਦਾ ਨਾਮ ਹੈ, ਉਦੋਂ ਕੁਝ ਟਾਈਮ ਬਾਅਦ ਇਹਨਾਂ ਨੇ ਇੰਡੀਆ ਨੂੰ ਭਾਰਤ ਕਰਤਾ। ਤੇ ਕੀਤਾ ਵੀ ਕਿਸੇ ਤੋਂ ਬਗੈਰ ਪੁੱਛੇ, ਬਗੈਰ ਕੰਸਲਟ ਕੀਤੇ। ਮੈਨੂੰ ਸ਼੍ਰੋਮਣੀ ਅਕਾਲੀ ਦਲ ਤੇ ਹੈਰਾਨੀਅਤ ਇਹ ਹੈ ਗੌਰਵ ਜੀ ਕਿ ਪਾਰਲੀਮੈਂਟ ਇਨੋਗ੍ਰੇਸ਼ਨ ਵਾਲੇ ਵੀ ਸਪੋਰਟ ਕੀਤੀ, ਹਾਲਾਂਕਿ 21 ਪੋਲੀਟੀਕਲ ਪਾਰਟੀਆਂ ਨੇ ਬਾਇਕਾਟ ਕੀਤਾ। ਵਨ ਨੇਸ਼ਨ ਵਨ ਇਲੈਕਸ਼ਨ ਤੇ ਵੀ ਬੀਜੇਪੀ ਨੂੰ ਸਪੋਰਟ ਕੀਤਾ, ਹਾਲਾਂਕਿ ਸਭ ਤੋਂ ਵੱਡਾ ਖਤਰਾ ਹੀ ਸਟੇਟ ਪਾਰਟੀਆਂ ਲਈ ਹੈ, ਸੂਬੇ ਦੀਆਂ ਪਾਰਟੀਆਂ ਲਈ, ਵਨ ਨੇਸ਼ਨ ਵਨ ਇਲੈਕਸ਼ਨ। ਤੇ ਪ੍ਰੈਜ਼ੀਡੈਂਟ ਤੋਂ ਭਾਰਤ ਹੋ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਬੌਖਲਾਹਟ ਹੈ ਬੀਜੇਪੀ ਦੀ। ਬੀਜੇਪੀ ਨੇ ਨਹੀਂ ਕਿਹਾ ਵੀ ਬੌਖਲਾਹਟ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਬੀਜੇਪੀ ਨੂੰ ਕੋਈ ਬੌਖਲਾਹਟ ਨਹੀਂ ਹੈ। ਵਕੀਲ ਬਣ ਕੇ ਉਹਨਾਂ ਦੀ ਪੂਰੀ ਰਿਪਰੈਜ਼ੈਂਟੇਸ਼ਨ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇਕੱਠੇ ਹੈ ਤੇ ਇਕੱਠੇ ਰਹਿਣਗੇ। ਡਿਕਲੇਅਰ ਕਰਨ ਨਾ ਕਰਨ ਦਿਖਦਾ ਜ਼ਰੂਰ ਹੈ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਇੰਨੀ ਗੱਲ ਦੱਸ ਦੇ ਕਿ ਤੁਹਾਡਾ ਜਿਹੜਾ ਰਿਪੋਰਟ ਕਾਰਡ ਹੈ ਜੋ ਤੁਸੀਂ ਲੋਕਾਂ ਕੋਲ ਲੈ ਕੇ ਜਾਂਦੇ ਹੋ, ਤੇ ਉਹਦੇ ਵਿੱਚ ਨੇਮ ਚੇਂਜਿੰਗ ਸਪਰੀ ਸਭ ਤੋਂ ਉੱਤੇ ਆਉਂਦਾ ਗੌਰਵ ਜੀ। ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਦੱਸਿਆ ਇੱਥੇ ਜੈਵਨ ਸਾਹਿਬ ਕਿੰਨਾ ਖਰਚਾ ਕਰਤਾ ਅੱਜ ਤੱਕ ਨਾਮ ਹੀ ਬਦਲਣ ਤੇ। ਰੇਲਵੇ ਸਟੇਸ਼ਨਾਂ ਤੋਂ ਲੈ ਕੇ, ਮਿਊਜ਼ੀਅਮ ਤੋਂ ਲੈ ਕੇ, ਸਟੇਡੀਅਮਸ ਤੋਂ ਲੈ ਕੇ, ਸਕੂਲਾਂ ਤੋਂ ਲੈ ਕੇ, ਸ਼ਹਿਰਾਂ ਤੋਂ ਲੈ ਕੇ, ਕਾਨੂੰਨ, ਆਈਪੀਸੀ, ਸੀਆਰਪੀਸੀ, ਐਵੀਡੈਂਸ ਐਕਟ, ਮਤਲਬ ਬਖਸ਼ਦੇ ਕਿਸੇ ਨੂੰ ਤਾਂ ਬਖਸ਼ਦੇ ਭਾਰਤੀ ਜਨਤਾ ਪਾਰਟੀ। ਇਹ ਦੇਸ਼ ਹੈ, ਲੋਕਤਾਂਤਰਿਕ ਤਰੀਕੇ ਹੈ, ਤੁਸੀਂ ਕਿਸੇ ਨੂੰ ਪੁੱਛਦੇ ਨਹੀਂ, ਕਰਦੇ ਨਹੀਂ, ਸਿੱਧਾ ਥੋਪ ਦਿੰਦੇ ਹੋ। ਠੀਕ ਹੈ, ਮੇਰੀ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਆਪਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ।